ਦੋਸਤੋ ਪੰਜਾਬ ਹੈਰੀਟੇਜ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਹਮੇਸ਼ਾ ਤੋਂ ਸਮਾਜਿਕ ਮੁੱਦਿਆਂ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ। ਸਮਾਜਿਕ ਮੁੱਦਿਆਂ ਤੋਂ ਭਾਵ ਐਸੇ ਮਸਲੇ ਜੋ ਪੂਰੇ ਪੰਜਾਬ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹੈ। ਉਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਵਿਅਕਤੀਆਂ ਬਾਰੇ ਗੱਲ ਕੀਤੀ ਜੋ ਸਮਾਜ ਦੇ ਕਿਸੇ ਇੱਕ ਜਾਂ ਦੂਸਰੇ ਕਾਰਨ ਕਰਕੇ ਆਤਮ ਹੱਤਿਆ ਵੱਲ ਚਲੇ ਜਾਂਦੇ ਹੈ। ਇਸ ਤੋਂ ਪਹਿਲਾਂ ਸਮਾਜ ਦੇ ਵਿੱਚ ਇਸ ਕਿਸਮ ਦੇ ਹਾਲਾਤ ਕਿਉਂ ਬਣਦੇ ਹੈ, ਇਸ ਨੂੰ ਸਮਾਜ ਦੀ ਹਿੰਸਾ ਕਾਰਨ ਮੰਨਿਆ ਜਾਂਦਾ ਹੈ। ਤੇ ਅੱਜ ਅਸੀਂ ਗੱਲ ਕਰਾਂਗੇ ਕਿ ਸਾਡੇ ਸਮਾਜ ਦੇ ਵਿੱਚ ਲਗਾਤਾਰ ਹਿੰਸਾ ਕਿਉਂ ਪਸਰ ਰਹੀ ਹੈ, ਬੱਚਿਆਂ ਦੇ ਵਿੱਚ, ਇਸਤਰੀਆਂ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਹਿੰਸਾਤਮਕ ਵਰਤਾਰਾ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਕਿਸੇ ਪਰਿਵਾਰ ਵਿੱਚ ਇਸਤਰੀ ਪੁਰਸ਼ ਦੇ ਆਪਸੀ ਸੰਬੰਧਾਂ ਨੂੰ ਲੈ ਕੇ ਹਿੰਸਾ ਹੋ ਰਹੀ ਹੈ। ਕਦੇ ਦੇਖਦੇ ਹਾਂ ਕਿ ਬੱਚਿਆਂ ਵੱਲੋਂ, ਰਿਸ਼ਤੇਦਾਰਾਂ ਵੱਲੋਂ ਬਜ਼ੁਰਗਾਂ ਨਾਲ ਹਿੰਸਾ ਹੋ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਅਸੀਂ ਲੁਧਿਆਣਾ ਦਾ ਕੇਸ ਦੇਖਿਆ, ਇੱਕ ਪਰਿਵਾਰ ਦੇ ਮੈਂਬਰ ਵੱਲੋਂ ਛੋਟੇ ਬੱਚੇ ਨੂੰ ਨਹਿਰ ਵਿੱਚ ਸਿੱਟ ਕੇ ਕਤਲ ਕਰ ਦਿੱਤਾ ਗਿਆ। ਇਹ ਆਪਣੇ ਕਿਸਮ ਦਾ ਬਹੁਤ ਹਿੰਸਾ ਦਾ ਭਿਆਨਕ ਸਰੂਪ ਹੈ। ਇਹਨਾਂ ਸਾਰੀਆਂ ਗੱਲਾਂ ਬਾਰੇ, ਇਹਨਾਂ ਦੇ ਬਹੁਤ ਸਾਰੇ ਪੱਖਾਂ ਤੋਂ ਇਸ ਗੱਲ ਨੂੰ ਜਾਣਿਆ ਸਮਝਿਆ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਇਸ ਦਾ ਪੱਖ ਹੈ ਜਿਹੜਾ, ਉਸ ਨੂੰ ਅਸੀਂ ਸਮਾਜਿਕ ਪੱਖ ਕਹਿੰਦੇ ਹਾਂ। ਜਦੋਂ ਅਸੀਂ ਕਿਸੇ ਵੀ ਸਮਾਜਿਕ ਪੱਖ ਨੂੰ, ਕਿਸੇ ਮਸਲੇ ਦੇ ਨੂੰ ਜਾਣਨਾ ਹੋਵੇ ਤਾਂ ਉਹਦੇ ਲਈ ਵਿਗਿਆਨਕ ਦ੍ਰਿਸ਼ਟੀ ਤੋਂ ਸਾਡੇ ਵਿਦਵਾਨ ਉਹਦੇ ਬਾਰੇ ਕੀ ਸੋਚਦੇ ਆ, ਇਸ ਦੀ ਚਰਚਾ ਲਈ ਅਸੀਂ ਅੱਜ ਤੁਹਾਨੂੰ ਮਿਲਾਵਾਂਗੇ ਡਾਕਟਰ ਰਣਵਿੰਦਰ ਸਿੰਘ ਸੰਧੂ ਹੋਣਾ ਨੂੰ, ਜੋ ਸਮਾਜ ਵਿਗਿਆਨ ਦੇ ਪ੍ਰੋਫੈਸਰ, ਹੈੱਡ ਆਫ ਦੀ ਡਿਪਾਰਟਮੈਂਟ ਰਹੇ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ, ਤੇ ਉਹ ਪ੍ਰੋਫੈਸਰ ਐਮਰੇਟਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਸਮਾਜ ਵਿਗਿਆਨ ਦੇ ਨਾਲ ਸੰਬੰਧਿਤ ਮੁੱਦਿਆਂ ਤੇ ਜਾ ਕੇ ਸੈਮੀਨਾਰਾਂ ਦੇ ਵਿੱਚ, ਕਾਨਫਰੰਸਾਂ, ਵਰਕਸ਼ਾਪਾਂ ਦੇ ਵਿੱਚ ਗੱਲਬਾਤ ਕਰਦੇ ਰਹੇ ਹੈ। ਪ੍ਰੋਫੈਸਰ ਸੰਧੂ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਹਾਂਜੀ ਪ੍ਰੋਫੈਸਰ ਸਾਹਿਬ, ਜਿਹੜੀ ਅਸੀਂ ਹਿੰਸਾ ਦੀ ਗੱਲ ਕਰਦੇ ਹਾਂ ਕਿ ਸਮਾਜ ਦੇ ਵਿੱਚ ਹਿੰਸਾ ਹੁੰਦੀ ਹੈ, ਇਹਨੂੰ ਤੁਸੀਂ ਬਤੌਰ ਸਮਾਜ ਵਿਗਿਆਨੀ ਕਿਵੇਂ ਡਿਫਾਈਨ ਕਰੋਗੇ ਕਿ ਹਿੰਸਾ ਬੁਨਿਆਦੀ ਤੌਰ ਤੇ ਕਹਿਣੇ ਕਿਸ ਨੂੰ ਹੈ ਅਸੀਂ? ਹਿੰਸਾ ਜੀ, ਜਦੋਂ ਤੁਸੀਂ ਕਿਸੇ ਬੰਦੇ ਦੀ ਮਰਜ਼ੀ ਦੇ ਵਿਰੁੱਧ ਉਹਤੇ ਕੋਈ, ਉਹਦੇ ਸਰੀਰ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਹੋ, ਉਹਦੇ ਕੋਈ ਮਾਨਸਿਕ ਤੌਰ ਤੇ ਕੋਈ ਨੁਕਸਾਨ ਪਹੁੰਚਾਉਂਦੇ ਆ, ਜਾਂ ਉਹਨੂੰ ਆਪਣਾ ਗੁਪਤ ਅੰਗ ਤੇ ਕੋਈ ਹਿੱਟ ਕਰਦੇ ਹੋ, ਜਾਂ ਉਹਨੂੰ ਕੋਈ ਇਹੀ ਜਿਹੀ ਗੱਲ ਕਰਦੇ ਹੋ ਜਿਹਦੇ ਨਾਲ ਉਹਦਾ ਯਾਨੀ ਕਿ ਮਾੜਾ ਫੀਲ ਕਰਦਾ ਹੈ, ਉਹ ਸਾਰੀ ਹਿੰਸਾ ਹੈ ਜੀ। ਤੇ ਇਹ ਜਿਹੜੀ ਹਿੰਸਾ ਹੈ ਨਾ, ਇਹ ਬੇਸਿਕਲੀ ਤਾਂ ਆਪਣੇ ਜਿਹੜੇ ਹਿਊਮਨ ਸੁਸਾਇਟੀ ਜਦੋਂ ਤੋਂ ਇਹਦੀ ਵਿਕਾਸ ਹੋਇਆ, ਇਹ ਸ਼ੁਰੂ ਤੋਂ ਹੀ ਹੈਗੀ। ਕਿਉਂਕਿ ਉਹਦੇ ਬੇਸਿਕ, ਉਹਦੇ ਪਿੱਛੇ ਨਮਚਨ ਇਹ ਸੀਗੀ ਕਿ ਇਨਇਕੁਐਲਿਟੀ ਹੈ, ਨਾ ਬਰਾਬਰੀ ਹੈ ਜੀ, ਜਿਹੜੀ ਕਿ ਮੇਲ ਤੇ ਫੀਮੇਲ 'ਚ, ਜੀ, ਆਦਮੀ ਤੇ ਔਰਤ 'ਚ ਹਮੇਸ਼ਾ ਹੀ ਨਾ ਬਰਾਬਰੀ ਰਹੀ ਹੈ। ਤੇ ਉਹਦੇ 'ਚ ਇਹ ਹੈ ਕਿ ਵੀ ਜੇ ਤੁਸੀਂ, ਆਪਾਂ ਬਹੁਤਾ ਲੰਬਾ ਚੌੜਾ ਨਾ ਜਾਈਏ ਪਿੱਛੇ, ਤੇ 200-250 ਸਾਲ ਪਹਿਲਾਂ ਆਪਣੇ ਇੱਕ ਸਰ ਵਿਲੀਅਮ ਬਲੈਕਸਟੋਨ ਹੋਏ ਨੇ, ਜੂਰਿਸਟ ਯੂਕੇ ਦੇ, ਉਹਨਾਂ ਨੇ ਇੱਕ ਬੁੱਕ ਲਿਖੀ ਹੈ ਓਲਡ ਲਾਜ਼। ਤੇ ਉਹਨਾਂ ਨੇ ਦੱਸਿਆ ਕਿ ਵੀ ਯੂਕੇ 'ਚ ਇੱਕ ਰੂਲ ਆਫ ਥੰਬ ਹੁੰਦਾ ਸੀਗਾ ਜੀ। ਉਹ ਰੂਲ ਆਫ ਥੰਬ ਦਾ ਇਹ ਸੀਗਾ ਵੀ ਜਿੰਨਾ ਤੁਹਾਡਾ ਅੰਗੂਠਾ ਮੋਟਾ ਹੈ ਨਾ ਜੀ, ਜਾਂ ਚੌੜਾ ਹੈ, ਇੰਨੀ ਚੌੜੀ ਛਟੀ ਨਾਲ ਨਾ ਤੁਸੀਂ ਆਪਣੀ ਵਾਈਫ ਨੂੰ ਕੁੱਟ ਸਕਦੇ ਜੀ। ਜੀ, ਇਹ 250 ਸਾਲ ਪਹਿਲਾਂ ਹੀ ਉਹ ਬੰਦ ਹੋਇਆ। ਇਹ ਉੱਥੇ ਬੜਾ ਪ੍ਰਚਲਿਤ ਰੂਲ ਸੀ, ਰੂਲ ਆਫ ਥੰਬ ਇਹਨੂੰ ਕਹਿੰਦੇ ਨੇ ਜੀ। ਓਕੇ, ਹਾਂ, ਵਿਲੀਅਮ ਬਲੈਕਸਟੋਨ ਨੇ ਇਹ ਲਿਖਿਆ ਹੈਗਾ। ਤੇ ਇਹ ਆਪਣੇ ਜਿਹੜੇ ਉਹ ਵਿਕਸਿਤ ਹੋ ਗਏ, ਉਹਨਾਂ 'ਚ ਡੈਮੋਕ੍ਰੇਸੀ ਜ਼ਿਆਦਾ ਪਹਿਲਾਂ ਆ ਗਈ, ਜਾਗਤੀ ਜ਼ਿਆਦਾ ਆ ਗਈ, ਮਾਨਵੀ ਅਧਿਕਾਰਾਂ ਬਾਰੇ ਜ਼ਿਆਦਾ ਉਹ ਜਾਣਕਾਰੀ ਹੋ ਗਈ, ਤੇ ਉਹ ਜ਼ਿਆਦਾ ਉਹਨੂੰ ਇੰਪੋਰਟੈਂਸ ਦਿੰਦੇ ਨੇ। ਪਰ ਜਿੱਥੇ ਵੀ ਆਪਣਾ ਜੈਂਡਰ ਇਨਇਕੁਐਲਿਟੀ ਜ਼ਿਆਦਾ ਹੈ ਜੀ, ਉੱਥੇ ਇਹ ਜ਼ਿਆਦਾ ਹੈ। ਤੇ ਜਦੋਂ ਆਪਾਂ ਆਉਂਦੇ ਹਾਂ ਘਰੇਲੂ ਹਿੰਸਾ ਤੇ, ਘਰੇਲੂ ਹਿੰਸਾ ਦਾ ਮਤਲਬ ਇਹ ਹੈ ਕਿ ਜਦੋਂ ਵੀ ਇੱਕ ਪਰਿਵਾਰ 'ਚ ਕੋਈ ਵੀ ਮੈਂਬਰ ਦੂਸਰੇ ਮੈਂਬਰ ਰਾਹੀਂ ਆਪਣਾ ਸੈਕਚੁਅਲੀ ਜਾਂ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਜਾਂ ਹੋਰ ਕਿਸੇ ਤੌਰ ਤੇ ਵੀ ਉਸ ਬੰਦੇ ਨੂੰ ਹਾਰਮ ਪਹੁੰਚਾਏ, ਉਸ ਨੂੰ ਅਸੀਂ ਘਰੇਲੂ ਹਿੰਸਾ ਕਹਿੰਦੇ ਹਾਂ। ਤੇ ਕਈ ਮੁਲਕਾਂ ਵਿੱਚ ਤਾਂ ਇਹ ਵੀ ਹੈ ਵੀ ਸਿਰਫ ਬੰਦਿਆਂ ਕਰਕੇ, ਨਾਲ ਬੰਦਿਆਂ ਨੂੰ ਜੇ ਤੁਸੀਂ ਨੁਕਸਾਨ ਪਹੁੰਚਾਉਂਦੇ ਹੋ ਤਾਂ ਹੀ ਹਿੰਸਾ ਹੁੰਦੀ ਹੈ। ਕਈ ਥਾਵਾਂ ਤੇ ਇਹ ਹੈ ਵੀ ਜਿਹੜੇ ਤੁਹਾਡੇ ਡੋਮੈਸਟਿਕ ਸਰਵੈਂਟਸ ਨੇ, ਜੇ ਉਹਨਾਂ ਨਾਲ ਤੁਸੀਂ ਵਧੀਕੀ ਕਰਦੇ ਹੋ, ਉਹਨਾਂ ਨਾਲ ਦੁਰਵਿਵਹਾਰ ਕਰਦੇ ਹੋ, ਜਿਹੜੇ ਤੁਹਾਡੇ ਪੈਟਸ ਨੇ,
ਪਾਲਤੂ ਨੇ, ਬਿੱਲੀਆਂ, ਕੁੱਤੇ ਜਿਹੜੇ ਆਪਣੇ ਦੂਸਰੇ ਦੇਸ਼ਾਂ 'ਚ ਜ਼ਿਆਦਾ ਰੱਖਦੇ ਨੇ, ਕੁੱਤੇ ਤਾਂ ਆਪਾਂ ਵੀ ਰੱਖਦੇ ਹਾਂ, ਤੇ ਉਹਨਾਂ ਨਾਲ ਵੀ ਜੇ ਤੁਸੀਂ ਮਿਸਬਿਹੇਵ ਕਰਦੇ ਹੋ, ਉਹਨਾਂ ਨੂੰ ਵੀ ਠੀਕ ਨਹੀਂ ਰੱਖਦੇ, ਤਾਂ ਇਹ ਵੀ ਘਰੇਲੂ ਹਿੰਸਾ ਦੇ ਵਿੱਚ ਹੀ ਸ਼ਾਮਲ ਹੋ ਜਾਂਦਾ। ਡਾਕਟਰ ਸਾਹਿਬ, ਮੋਟੇ ਤੌਰ ਤੇ ਜਦੋਂ ਅਸੀਂ ਘਰ ਜਾਂ ਸਮਾਜ ਦੀ ਗੱਲ ਕਰਦੇ ਹਾਂ, ਇਹਨੂੰ ਸਮਝਣ ਵਾਸਤੇ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਲੈਂਦੇ ਹਾਂ। ਇੱਕ ਅਸੀਂ ਉਹ ਸੁਸਾਇਟੀਜ਼ ਜਾਂ ਸਮਾਜ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਵੱਡੀ ਫੈਮਿਲੀ ਦੇ ਵਿੱਚ ਰਹਿਣ ਦਾ ਰਿਵਾਜ ਹੈ, ਪਰਿਵਾਰ ਵੱਡੇ ਹੈ। ਦੂਸਰੇ ਉਹ ਕੁਝ ਮੁਲਕ ਹੈ, ਵਿਸ਼ੇਸ਼ ਤੌਰ ਤੇ ਜਿਹੜੇ ਤਰੱਕੀ ਯਾਫਤਾ ਮੁਲਕ ਹੈ, ਵਿਕਸਿਤ ਮੁਲਕ ਹੈ, ਉਹਨਾਂ ਦੇ ਵਿੱਚ ਛੋਟੇ ਪਰਿਵਾਰ ਹੈ। ਕੀ ਇਸ ਕਿਸਮ ਦੀ ਵੀ ਕੋਈ ਡਿਵੀਜ਼ਨ ਹੁੰਦੀ ਹੈ ਕਿ ਜਿੱਥੇ ਵੱਡੇ ਪਰਿਵਾਰ ਹੈ, ਇੱਕ ਤੋਂ ਵੱਧ ਮੈਂਬਰ ਹੈ, ਲੋਕਾਂ ਦਾ ਇੱਕ ਦੂਜੇ ਨਾਲ ਸੰਪਰਕ ਜ਼ਿਆਦਾ ਹੈ, ਉੱਥੇ ਹਿੰਸਾ ਘੱਟ ਹੁੰਦੀ ਹੈ? ਜਿੱਥੇ ਛੋਟੇ ਪਰਿਵਾਰ ਹੈ, ਸਿਰਫ ਦੋ ਬੰਦੇ ਹੀ ਹੈ, ਉਹ ਇੱਕ ਦੂਜੇ ਦੇ ਨਾਲ ਜ਼ਿਆਦਾ ਖੈਬੜਦੇ ਰਹਿੰਦੇ ਹੈ, ਉਹਨਾਂ ਦੇ ਕੋਲੇ ਕੋਈ ਗੱਲਬਾਤ ਕਰਨ ਵਾਲਾ ਹੋਰ ਨਹੀਂ ਹੁੰਦਾ, ਭਾਵੇਂ ਉਹ ਵਿਕਸਿਤ ਦੇਸ਼ ਹੈ। ਇਸ ਕਿਸਮ ਨਾਲ ਵੀ ਅਸੀਂ ਇਸ ਨੂੰ ਸਮਝ ਸਕਦੇ ਹਾਂ। ਦੇਖੋ ਜੀ, ਤੁਹਾਡਾ ਕੁਐਸਚਨ ਬੜਾ ਵਾਜਿਬ ਹੈ। ਇਹਦੇ 'ਚ ਇਸ ਤਰ੍ਹਾਂ ਵੀ ਜਦੋਂ ਤੁਸੀਂ ਆਪਾਂ ਇਹ ਜਿੱਥੇ ਆਪਣੇ ਵੱਡੇ ਪਰਿਵਾਰ ਨੇ, ਸੰਯੁਕਤ ਪਰਿਵਾਰ ਨੇ, ਉਹ ਟ੍ਰੈਡੀਸ਼ਨਲ ਸੁਸਾਇਟੀਜ਼ ਜੀ ਜ਼ਿਆਦਾ ਬੰਦੇ ਹੁੰਦੇ ਜੀ, ਤੇ ਉੱਥੇ ਉਹ ਤਾਂ ਹੀ ਪਰਿਵਾਰ ਪਣਪਦੇ ਨੇ, ਪਣਪੇ ਹੋਏ ਨੇ ਜਾਂ ਐਗਜ਼ਿਸਟ ਕਰਨੇ ਨੇ। ਉੱਥੇ ਮੇਲ ਦੀ ਅਥਾਰਟੀ ਹੁੰਦੀ ਹੈ, ਵੱਡਾ ਜਿਹੜਾ ਆਪਣਾ ਮੁਖੀ ਹੁੰਦਾ ਉਹਦੀ ਜ਼ਿਆਦਾ ਅਥਾਰਟੀ ਹੁੰਦੀ ਹੈ। ਉਹਦੇ 'ਚ ਜਿਹੜੀ ਹੈ ਨਾ, ਅਹਿੰਸਾ ਜ਼ਿਆਦਾ ਹੁੰਦੀ ਜੀ, ਹਿੰਸਾ ਜ਼ਿਆਦਾ ਹੁੰਦੀ ਹੈ। ਤੇ ਜਿਹੜੇ ਆਪਣੇ ਛੋਟੇ ਪਰਿਵਾਰਾਂ ਵਾਲੇ ਨੇ, ਉਹ ਤਕਰੀਬਨ ਅਸੀਂ ਕਹਿੰਦੇ ਵੀ ਉਹ ਵਿਕਸਿਤ ਹੋ ਗਏ ਨੇ, ਉਹ ਕੌਨਸ਼ੀਅਸ ਹੋ ਗਏ ਨੇ ਆਪਣੇ ਹੱਕਾਂ ਪ੍ਰਤੀ, ਮਾਨਵੀ ਹੱਕਾਂ ਪ੍ਰਤੀ, ਤੇ ਉਹ ਇੰਨੇ ਉਹ ਹੋ ਗਏ ਨੇ, ਉਹ ਸਹਿਨ ਨਹੀਂ ਕਰ ਸਕਦੇ ਜੇ ਉਹਨਾਂ ਨਾਲ ਕੋਈ ਵਧੀਕੀ ਹੁੰਦੀ ਹੈ, ਕਿਉਂਕਿ ਕੌਨਸ਼ੀਅਸ ਹੋਏ ਨੇ, ਅਵੇਅਰਨੈਸ ਆਈ ਹੁੰਦੀ ਹੈ। ਤਾਂ ਇਸ ਕਰਕੇ ਦੇਖਣ 'ਚ ਇਹ ਆਇਆ ਕਿ ਵੀ ਉਹਨਾਂ ਮੁਲਕਾਂ 'ਚ ਜਿੱਥੇ ਡੈਮੋਕ੍ਰੇਸੀ, ਜਿੱਥੇ ਅਵੇਅਰਨੈਸ ਜ਼ਿਆਦਾ ਹੈ, ਜਿੱਥੇ ਐਜੂਕੇਸ਼ਨ ਜ਼ਿਆਦਾ ਹੈ, ਉੱਥੇ ਇਹ ਘੱਟ ਹੈ ਜੀ। ਘਰੇਲੂ ਹਿੰਸਾ ਹੈਗੀ, ਇਹ ਜਿਹੜਾ ਕਹਿਣਾ ਨਾ ਵੀ ਉੱਥੇ ਹੈ ਨਹੀਂ, ਉੱਥੇ ਵੀ ਹੈਗੀ। ਉੱਥੇ ਪਤਾ ਕੀ ਹੈ, ਉੱਥੇ ਜੇ ਘਰੇਲੂ ਹਿੰਸਾ ਹੁੰਦੀ ਹੈ ਤੇ ਉਹ ਸਹਿਣ ਨਹੀਂ ਕਰ ਸਕਦੇ, ਤਾਂ ਜਦੋਂ ਸਹਿਣ ਨਹੀਂ ਕਰ ਸਕਦੇ ਉਹ ਫਿਰ ਕਹਿੰਦੇ ਛੱਡ ਕੇ ਪਰੇ ਚਲੇ ਜਾਂਦੇ ਆ, ਕਿਉਂਕਿ ਉੱਥੇ ਜਿਹੜੀ ਇੰਟਰਡਿਪੈਂਡੈਂਸ ਹੈ ਨਾ, ਜਿਹੜੀ ਮੈਨ ਤੇ ਵੂਮਨ ਦੀ, ਉਹ ਘੱਟ ਹੈ। ਬਿਲਕੁਲ ਤੇ ਬਿਲਕੁਲ। ਉਹ ਕਹਿੰਦੇ ਵੀ ਜੇ ਤੂੰ ਮੈਨੂੰ ਤੰਗ ਕਰਨਾ ਤਾਂ ਮੈਂ ਆਈ ਡੋਂਟ ਵਾਂਟ ਟੂ ਲਿਵ ਵਿਦ ਯੂ, ਤੇ ਉਹ ਛੱਡ ਜਾਂਦੇ ਆ। ਤੇ ਉਹਨੂੰ ਜੇ ਇਹਨੂੰ ਆਪਾਂ ਹੋਰ ਰਿਲੇਟ ਕਰੀਏ ਨਾ, ਤਾਂ ਉਸ ਨੂੰ ਦੇਖੀਏ ਤਾਂ ਜਿੱਥੇ ਇਹ ਜ਼ਿਆਦਾ ਕੌਨਸ਼ੀਅਸ ਨੇ, ਉੱਥੇ ਦਾ ਜਿਹੜਾ ਡਾਈਵੋਰਸ ਰੇਟ ਹੈ ਨਾ, ਉਹ ਵੀ ਹਾਈ ਹੈ। ਜਿੱਥੇ ਛੋਟੀ ਫੈਮਿਲੀ ਹੈ, ਜਿੱਥੇ ਛੋਟੀ ਫੈਮਿਲੀ ਹੈ ਜੀ ਜੀ, ਜਿੱਥੇ ਯਾਨੀ ਕਿ ਹੁਣ ਕਈ ਮੁਲਕਾਂ 'ਚ ਤਾਂ ਫੈਮਿਲੀ ਡਿਸੋਲਵ ਵੀ ਕਰ ਰਹੀ ਹੈ, ਫੈਮਿਲੀ ਇਜ਼ ਵਿਦਰਿੰਗ ਅਵੇ। ਹਾਂਜੀ, ਜਨਾਨੀਆਂ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀ, ਕੋਈ ਬੱਚੇ ਨੂੰ ਓਨ ਨਹੀਂ ਕਰਨਾ ਚਾਹੁੰਦਾ, ਕੋਈ ਰਿਸਪੌਂਸਿਬਿਲਿਟੀ ਨਹੀਂ ਕਰਨਾ ਚਾਹੁੰਦਾ। ਸਾਡੇ ਤਾਂ ਜਦੋਂ ਵਿਆਹ ਹੁੰਦਾ, ਸਾਡੇ ਵਾਸਤੇ ਤਾਂ ਸਭ ਤੋਂ ਪਹਿਲਾਂ ਇਹ ਸਿਖਾਇਆ ਜਾਂਦਾ ਵੀ ਤੇਰਾ ਸਭ ਤੋਂ ਪਹਿਲਾਂ ਫਰਜ਼ ਇਹ ਹੈ ਵੀ ਤੂੰ ਪਰਿਵਾਰ ਵਾਸਤੇ ਮੁੰਡਾ ਪੈਦਾ ਕਰ। ਜੀ ਜੀ, ਹਾਂਜੀ, ਸੋ ਉਹਨਾਂ 'ਚ ਉਸ ਗੱਲ ਕਰਕੇ ਡਾਈਵੋਰਸ ਰੇਟ ਜ਼ਿਆਦਾ ਹੈ। ਜਿੱਥੇ ਕਿ ਜੇ ਆਪਾਂ ਉਹਨੂੰ ਇੰਡੀਆ ਨਾਲ ਕੰਪੇਅਰ ਕਰੀਏ ਤਾਂ ਸਾਡੇ 1% ਹੈ, ਉੱਥੇ 50% ਤੋਂ ਉੱਤੇ। ਡਾਕਟਰ ਸਾਹਿਬ, ਜਿਹੜੀ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜੀਆਂ ਵਿਕਸਿਤ ਸੁਸਾਇਟੀ ਹੈ, ਉੱਥੇ ਉਹਨਾਂ ਦੀ ਲੈਵਲ ਆਫ ਅਵੇਅਰਨੈਸ ਕਰਕੇ ਇਸ ਗੱਲ ਦਾ ਫਰਕ ਹੈ। ਜਦੋਂ ਆਪਾਂ ਇਸ ਤੋਂ ਥੋੜਾ ਅੱਗੇ ਜਾਂਦੇ ਹਾਂ ਫੈਮਿਲੀ ਸਾਈ ਤੋਂ, ਤਾਂ ਦੂਸਰਾ ਇੰਪੋਰਟੈਂਟ ਆਸਪੈਕਟ ਜਿਹੜਾ ਮਤਲਬ ਸਮਝਣ ਨੂੰ ਸਾਨੂੰ ਸਹਾਈ ਹੋ ਸਕਦਾ, ਉਹ ਹੈ ਲੈਵਲ ਆਫ ਐਜੂਕੇਸ਼ਨ। ਕੀ ਇਸ ਕਿਸਮ ਦਾ ਵੀ ਕੋਈ ਸਾਡੇ ਕੋਲੇ ਸਮਾਜਿਕ ਤੌਰ ਤੇ ਜਾਣਕਾਰੀ ਮਿਲਦੀ ਹੈ ਕਿ ਜਿਹੜੇ ਸਮਾਜਾਂ ਦੇ ਵਿੱਚ ਲਿਟਰੇਸੀ ਰੇਟ ਜ਼ਿਆਦਾ ਹੈ, ਜਿਨ੍ਹਾਂ ਦੇ ਵਿੱਚ ਲਿਟਰੇਸੀ ਰੇਟ ਘੱਟ ਹੈ, ਜਾਂ ਜਿਹੜੇ ਟ੍ਰਾਈਬਸ ਦੇ ਵਿੱਚ ਰਹਿਣ ਵਾਲੇ ਲੋਕ ਹੈ, ਇਹਨਾਂ ਦੇ ਵਿੱਚ ਜਿਹੜੀਆਂ ਲੇਅਰਸ ਹੈ ਫੈਮਿਲੀ ਹਿੰਸਾ ਦੀਆਂ ਜਾਂ ਇੱਕ ਦੂਸਰੇ ਨਾਲ ਲੜਾਈ ਪੜ੍ਹਾਈ ਦੀਆਂ, ਉਹ ਉਹਨਾਂ ਦੇ ਲੈਵਲ ਆਫ ਐਜੂਕੇਸ਼ਨ ਨਾਲ ਕੰਪੈਰੀਜ਼ਨ ਕਰਕੇ ਵੀ ਇਹਨੂੰ ਦੇਖਿਆ ਜਾ ਸਕਦਾ ਹੈ? ਉਹ ਦੇਖਿਆ ਜਾ ਸਕਦਾ, ਜੋ ਕਿਉਂਕਿ ਇਹ ਸਾਰਾ ਕੁਝ ਜਦੋਂ ਆਪਾਂ ਸੋਸ਼ੀਓ ਇਕਨੋਮਿਕ ਸਟੇਟਸ ਦੇਖਦੇ ਹਾਂ ਜੀ, ਤਾਂ ਉਹਦੀ ਕਲਾਸ ਦੇਖ ਲਈਦੀ ਆ, ਉਹਦੀ ਐਜੂਕੇਸ਼ਨ ਦੇਖ ਲਈਦੀ ਆ, ਤੇ ਆਕੂਪੇਸ਼ਨ ਦੇਖ ਲਈਦਾ। ਉਹਦੇ 'ਚ ਇਹ ਜਿਹੜੇ ਆਪਣੇ ਵੈਸਟਰਨ ਕੰਟਰੀ ਜਾਂ ਅਮਰੀਕਨ ਸੁਸਾਇਟੀ ਦੇ ਜਿਹੜੇ ਉਹ ਹੁੰਦੇ ਨੇ, ਉਹ ਮੁਲਕ ਆ ਜਾਂਦੇ ਨੇ। ਤਾਂ ਉਹਨਾਂ 'ਚ ਜੇ ਆਪਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਬ੍ਰੌਡ ਜੀ ਇੱਕ ਦਿੱਤੀ ਆ ਉਹ ਆਪਾਂ ਨੂੰ ਕਿ 25% ਜਿਹੜੇ 15 ਤੋਂ 49 ਸਾਲ ਤੱਕ ਦੀ ਉਮਰ ਦੇ ਕਪਲ ਨੇ ਜੀ, ਉਹਨਾਂ 'ਚ ਇਹ ਜਿਹੜੀਆਂ ਵੂਮਨ ਨੇ, ਉਹਨਾਂ ਦੀ ਆਪਣਾ ਯਾਨੀ ਕਿ ਇੰਟੀਮੇਟ ਪਾਰਟਨਰ ਵੱਲੋਂ ਜੀ, ਵਾਇਲੈਂਸ ਹੁੰਦੀ ਹੈ। ਇੰਟੀਮੇਟ ਪਾਰਟਨਰ ਵਾਇਲੈਂਸ, ਇੰਟੀਮੇਟ ਚਾਹੇ ਵਾਈਫ ਕਰੇ ਚਾਹੇ ਮੈਨ ਕਰੇ, ਉਹਦੇ 'ਚ ਫਰਕ ਇੰਨਾ ਹੈ ਕਿ ਵੀ ਵੂਮਨ ਦੀ 80% ਹੈ ਤੇ ਜਿਹੜੇ ਮੈਨ ਦੀ ਹੈ ਉਹ 20% ਹੈ। ਤੇ ਇਹ ਜਿਹੜੀਆਂ ਉਹ ਸੁਸਾਇਟੀਜ਼ ਨੇ, ਉਹ ਕੰਪੈਰੇਟਿਵਲੀ ਸਾਡੇ ਨਾਲੋਂ ਘੱਟ ਹੈ ਉਹਨਾਂ 'ਚ।
ਫੋਰ ਐਗਜ਼ਾਮਪਲ ਜਿਵੇਂ WHO ਦਾ ਡਾਟਾ ਹੈ, ਉਹ ਕਹਿੰਦੇ ਯੂਰਪ 'ਚ ਤਾਂ 22% ਹੈ ਜੀ ਜੀ, ਅਮਰੀਕਨ ਰੀਜਨ 'ਚ ਜਿਹੜਾ ਹੈਗਾ ਉਹ 25% ਹੈ, ਤੇ ਅਫਰੀਕਨ ਰੀਜਨ 'ਚ ਹੈਗਾ 31%। ਉੱਥੇ ਜ਼ਿਆਦਾ ਹੈ। ਹਾਂ, ਉੱਥੇ ਜ਼ਿਆਦਾ ਹੈ। ਤੇ ਸਾਡੇ ਸਾਊਥ ਏਸ਼ੀਅਨ 'ਚ ਹੈਗਾ 33%। ਜੇ ਆਪਾਂ ਕੰਟਰੀ ਲੈਵਲ ਤੇ ਆਈਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੇ ਇੰਡੈਕਸ ਬਣਾਇਆ ਆਪਣੇ ਘਰੇਲੂ ਹਿੰਸਾ ਦਾ, ਹਾਂਜੀ, ਘਰੇਲੂ ਹਿੰਸਾ ਦਾ, ਇੰਟੀਮੇਟ ਸਪਾਊਸਲ ਵਾਇਲੈਂਸ ਹੈ ਜੀ, ਉਹ ਹੈਗਾ ਜੀ ਅਫਗਾਨਿਸਤਾਨ 'ਚ। ਜੀ ਜੀ। ਹਾਂ, ਤੇ ਇਹ ਅਫਰੀਕਨ ਕੰਟਰੀਜ਼ 'ਚ ਜ਼ਿਆਦਾ ਹੈ, ਤੇ ਉਹਦੇ 'ਚ ਆਪਣਾ ਜਿਹੜਾ ਇੰਡੀਆ ਹੈ ਉਹ 25ਵੇਂ ਨੰਬਰ ਤੇ ਆਉਂਦਾ ਘਰੇਲੂ ਹਿੰਸਾ ਦੇ। ਹਾਂ, ਘਰੇਲੂ ਹਿੰਸਾ 'ਚ। ਤੇ ਉਹਦੇ 'ਚ ਦੂਜੇ ਪਾਸੇ ਜਿਹੜਾ ਆਪਣਾ ਲੋਅਰ ਲੈਵਲ ਤੇ ਕੰਟਰੀ ਆਉਂਦੇ ਨੇ ਜਿਹੜੇ ਕਿ ਜਿਨ੍ਹਾਂ 'ਚ ਬਹੁਤ ਘੱਟ ਅਹਿੰਸਾ ਹੈ, ਉਹ ਆਪਣੇ ਸਵੀਡਿਸ਼ ਕੰਟਰੀਜ਼ ਆ ਜਾਂਦੇ ਨੇ, ਸਵੀਡਨ, ਨਾਰਵੇ ਵਗੈਰਾ। ਇਹ ਕੰਟਰੀ ਜਿਹੜੇ ਸਕੈਂਡੀਨੇਵੀਅਨ ਕੰਟਰੀ ਹੈ, ਮਤਲਬ ਉੱਥੇ ਹਿੰਸਾ ਹੈ ਜਿਹੜੀ ਉਹ ਆਪਾਂ ਇਹ ਮੰਨਦੇ ਹਾਂ ਘੱਟ ਹੈ। ਡਾਕਟਰ ਸਾਹਿਬ, ਜਿਹੜਾ ਇਹ ਤੁਸੀਂ ਜਿੱਦਾਂ WHO ਦਾ ਡਾਟਾ ਦੱਸਿਆ, ਜਿਹਦੇ ਵਿੱਚ ਆਪਾਂ ਡਿਫਰੈਂਟ ਨੇਸ਼ਨਸ ਦੀ ਗੱਲ ਕੀਤੀ ਹੈ, ਜਿਸ 'ਚ ਅਸੀਂ ਮਤਲਬ 34ਵੇਂ ਨੰਬਰ ਦੇ ਕਰੀਬ ਹੈ, 25ਵੇਂ ਨੰਬਰ ਤੇ ਜਿਹੜੇ ਇਸ ਤੋਂ ਥੱਲੇ ਜਦੋਂ ਆਪਾਂ ਆਈਏ ਕੋਈ ਵਿਦਨ ਕੰਟਰੀ, ਅਸੀਂ ਉੱਥੇ 25ਵੇਂ ਨੰਬਰ ਤੇ ਆ। ਸਾਡੀਆਂ ਜਿਹੜੀਆਂ ਇੰਡੀਆ ਦੀਆਂ ਸਟੇਟਸ ਹੈਗੀਆਂ ਡਿਫਰੈਂਟ, ਉਹਨਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉੱਥੇ, ਕਿਉਂਕਿ ਅਸੀਂ ਪੰਜਾਬ ਨਾਲ ਸੰਬੰਧਿਤ ਹੈ, ਉੱਥੇ ਸਾਡੇ ਪੰਜਾਬ ਦਾ ਕਿੱਥੇ ਜੇ ਨੰਬਰ ਆਉਂਦਾ? ਦੇਖੋ ਜੀ, ਪੰਜਾਬ ਦਾ ਜਿਹੜਾ ਇੰਡੀਆ ਦਾ ਸਿਚੁਏਸ਼ਨ ਦਾ ਡਾਟਾ ਮੇਰੇ ਕੋਲ ਲੇਟੈਸਟ ਡਾਟਾ ਜੀ, ਉਹ ਜਿਹੜਾ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ ਨੇ 2019 ਤੇ 20 ਕਲੈਕਟ ਕੀਤਾ ਸੀ ਜੀ। ਉਹਨਾਂ ਨੇ ਤਕਰੀਬਨ 22 ਸਟੇਟਸ ਦਾ ਡਾਟਾ ਇਕੱਠਾ ਕੀਤਾ ਸੀਗਾ, ਉਹ ਅੱਜ ਮੇਰੇ ਕੋਲ। ਤੇ ਉਸ ਅਨੁਸਾਰ ਜਿਹੜਾ ਨਾ ਇੰਡੀਆ 'ਚ ਜਿਹੜੀ ਹੈ ਨਾ ਵਾਇਲੈਂਸ ਹੈ, ਡੋਮੈਸਟਿਕ ਵਾਇਲੈਂਸ, ਇੰਟਰਸਪਾਊਸਲ, ਕਿਉਂਕਿ ਜਦੋਂ ਆਪਾਂ ਪਹਿਲਾਂ ਕੀਤਾ ਨਾ, ਇਹ ਤਾਂ ਹੈਗੀ ਇੰਟੀਮੇਟ ਪਰਸਨਸ ਵਾਇਲੈਂਸ ਹੈ ਜੀ, ਜਿਹੜੀ ਮਤਲਬ ਮੀਆਂ ਬੀਵੀ ਦੀ, ਮੀਆਂ ਬੀਵੀ ਦੀ ਹੈ। ਅਸੀਂ ਬੱਚਿਆਂ ਦੀ ਨਹੀਂ ਗੱਲ ਕਰ ਰਹੇ, ਅਸੀਂ ਬੁੱਢਿਆਂ ਦੀ ਨਹੀਂ ਗੱਲ ਕਰ ਰਹੇ, ਐਲਡਰਲੀ ਦੀ ਨਹੀਂ ਗੱਲ ਕਰ ਰਹੇ। ਸੋ ਉਹ ਜਿਹੜੀ ਹੈ ਨਾ, ਉਹ ਇੰਡੀਆ 'ਚ ਤਾਂ ਹੈਗੀ 29.3%, ਤੇ ਰੂਰਲ 'ਚ ਹੈਗੀ 31.6%, ਤੇ ਅਰਬਨ 'ਚ ਹੈਗੀ 24.2% ਜੀ। ਤੇ ਹੁਣ ਤੁਸੀਂ ਇਹ ਕਹੋਗੇ ਵੀ ਸਭ ਤੋਂ ਜ਼ਿਆਦਾ ਕਿੱਥੇ ਜੀ? ਇਹ ਸਭ ਤੋਂ ਜ਼ਿਆਦਾ ਜਿਹੜੀ ਇੱਥੇ ਵਾਇਲੈਂਸ ਹੈ ਨਾ ਜੀ, ਸਟੇਟ ਦੇ ਹਿਸਾਬ ਨਾਲ, ਹਾਂਜੀ, ਇਹ ਸਟੇਟਸ ਦੇ ਹਿਸਾਬ ਨਾਲ ਨਾ, ਇਹ ਸਾਨੂੰ ਮਿਲਦੀ ਹੈ ਸਦਰਨ ਸਟੇਟ 'ਚ, ਤਾਮਿਲਨਾਡੂ 'ਚ 38% ਹੈ, ਅਰੁਣਾਚਲ ਪ੍ਰਦੇਸ਼ 'ਚ ਹੈ। ਅੱਛਾ, ਤੇ ਇਹਦੇ 'ਚ ਮੈਨੂੰ ਨਾ ਹੋਰ ਇੱਕ ਹੈਰਾਨੀਜਨਕ ਡਾਟਾ ਮਿਲਿਆ ਜਦੋਂ ਮੈਂ ਦੇਖ ਰਿਹਾ ਸੀਗਾ, ਤਾਂ ਉਹਦੇ 'ਚ ਸਾਡਾ ਨੈਸ਼ਨਲ ਕੈਪੀਟਲ ਟੈਰੀਟਰੀ ਦਿੱਲੀ ਹੈ। ਹਾਂਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਘਰੇਲੂ ਹਿੰਸਾ ਜਿਹੜੀ ਉਹ ਬਾਕੀ ਭਾਰਤ ਦੀਆਂ ਸਟੇਟਾਂ ਨਾਲੋਂ ਘੱਟ ਹੈ, ਪਰ ਪੰਜਾਬੀ ਜਦੋਂ ਬਾਹਰ ਜਾਂਦੇ ਆ, ਆਮ ਤੌਰ ਤੇ ਦੇਖਣ 'ਚ ਆਇਆ ਹੈ, ਆਮ ਤੌਰ ਤੇ ਇਹੋ ਜਿਹੀਆਂ ਖਬਰਾਂ ਮੀਡੀਆ ਦੇ ਵਿੱਚ ਵੀ ਆਉਂਦੀਆਂ ਰਹਿੰਦੀਆਂ ਕਿ ਉੱਥੇ ਘਰੇਲੂ ਹਿੰਸਾ ਕਾਫੀ ਹੈ, ਤਲਾਕ ਦੀ ਦਰ ਵੀ ਕਾਫੀ ਵੱਧ ਗਈ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਹਿੰਸਾ ਹੁੰਦੀ ਰਹਿੰਦੀ ਹੈ। ਹਾਲਾਂਕਿ ਅਸੀਂ ਇਹ ਮੰਨਦੇ ਹਾਂ ਕਿ ਜਦੋਂ ਕੋਈ ਵੀ ਸੁਸਾਇਟੀ ਦੇ ਬੰਦੇ ਬਾਹਰ ਡਿਵੈਲਪ ਸੁਸਾਇਟੀ ਚਲੇ ਜਾਂਦੇ ਹੈ, ਜਿੱਥੇ ਇਸ ਕਿਸਮ ਦੀ ਹਿੰਸਾ ਜ਼ਿਆਦਾ ਨਾ ਹੋਵੇ, ਤਾਂ ਕੀ ਕਾਰਨ ਹੈ ਫਿਰ ਸਾਡੇ ਲੋਕ ਉੱਥੇ ਜਾ ਕੇ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੂੰ ਨਾਲ ਹੀ ਲੈ ਜਾਂਦੇ ਆਪਣੇ? ਉਹਦੇ ਡਾਕਟਰ ਸਾਹਿਬ, ਮੈਂ ਇਹ ਸਮਝਦਾ ਵੀ ਜਿਹੜੇ ਇੱਥੋਂ ਬੰਦੇ ਸਾਡੇ ਜਾਂਦੇ ਨੇ ਨਾ ਜੀ, ਉਹ ਜਿਹੜੇ ਤਾਂ ਘਰੋਂ ਬਾਹਰ ਰੂਲਸ ਰੈਗੂਲੇਸ਼ਨ ਨੇ ਜੀ, ਉਹਨਾਂ ਨੂੰ ਤਾਂ ਸਟ੍ਰਿਕਟਲੀ ਫਾਲੋ ਕਰਦੇ ਨੇ, ਕਿਉਂਕਿ ਜੇ ਉਹਨਾਂ ਨੂੰ ਪਤਾ ਹੈ ਕਿ ਵੀ ਜੇ ਅਸੀਂ ਇਹ ਫਾਲੋ ਨਹੀਂ ਕਰਾਂਗੇ ਤਾਂ ਸਾਡੇ ਤੇ ਜੁਰਮਾਨਾ ਲੱਗਣਾ, ਫਾਈਨ ਲੱਗਣਾ, ਪੈਨਲਟੀ ਪਊਗੀ, ਇਸ ਕਰਕੇ ਉਹ ਮੰਨ ਜਾਂਦੇ। ਤੇ ਬਾਕੀ ਜਿਹੜੀ ਘਰ 'ਚ ਹੈ, ਘਰ 'ਚ ਉਹਨਾਂ ਦਾ ਆਪਣਾ ਸੰਸਾਰ ਹੁੰਦਾ, ਤੇ ਘਰ 'ਚ ਉਹਨਾਂ ਦੀ ਆਪਣੀ ਮਦਰ ਹੈ, ਘਰ 'ਚ ਉਹਨਾਂ ਦੀ ਆਪਣੀ ਵਾਈਫ ਹੈ, ਤੇ ਫਿਰ ਉਹ ਕੋਸ਼ਿਸ਼ ਇਹੀ ਕਰਦੇ ਨੇ, ਕਿਉਂਕਿ ਉਹ ਇੱਕ ਉਹਨਾਂ ਦਾ ਟ੍ਰਾਂਜੀਸ਼ਨ ਪੀਰੀਅਡ ਹੁੰਦਾ ਜੀ, ਨਾ ਤਾਂ ਅਜੇ ਪੂਰੇ ਉਹ ਕੈਨੇਡੀਅਨ ਬਣੇ ਤੇ ਜਾਂ ਅਮਰੀਕਨ ਬਣੇ, ਤੇ ਨਾ ਉਹ ਪੰਜਾਬੀ ਛੱਡੀ ਆ ਪੂਰੀ ਜੀ। ਸੋ ਵਿੱਚ ਵਿਚਾਲੇ ਦਾ ਹਿੱਸਾ ਹੈ ਜਿਹੜਾ, ਤਾਂ ਉਸ ਕਰਕੇ ਉੱਥੇ ਜਿਹੜਾ ਘਰ ਦਾ ਮਾਹੌਲ ਹੈ ਉਹ ਸੇਮ ਹੀ ਰਹਿੰਦਾ, ਤੇ ਇਸ ਕਰਕੇ ਫਿਰ ਉੱਥੇ ਬਾਕੀ ਦੂਜਾ ਮੈਨੂੰ ਇਹ ਵੀ ਲੱਗਦਾ ਵੀ ਜਦੋਂ ਕਿਸੇ ਵੀ ਮਾਈਨੋਰਿਟੀ 'ਚ ਕੋਈ ਪ੍ਰੋਬਲਮ ਹੁੰਦੀ ਹੈ, ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਕ੍ਰਾਈਮ ਕਰਦਾ, ਤੇ ਉਹਨੂੰ ਜਿਹੜਾ ਮੀਡੀਆ ਵੀ ਹੈ ਨਾ, ਉਹ ਹਾਈਲਾਈਟ ਜ਼ਿਆਦਾ ਕਰਦਾ ਜੀ ਜੀ ਜੀ। ਇਹ ਨਹੀਂ ਹੈਗਾ ਵੀ ਉਹਨਾਂ ਸੁਸਾਇਟੀਜ਼ 'ਚ ਇਹ ਸਾਰਾ ਕੁਝ ਨਹੀਂ ਹੁੰਦਾ, ਉਹਨਾਂ 'ਚ ਵੀ ਹੁੰਦਾ। ਉਹ ਜਦੋਂ ਉਹਨਾਂ 'ਚ ਹੁੰਦਾ ਤਾਂ ਉਹ ਜਰਾ ਆਪਣਾ ਇਗਨੋਰ ਕਰ ਜਾਂਦੇ ਨੇ, ਤੇ ਜਦੋਂ ਇਸ ਤਰ੍ਹਾਂ ਕੋਈ ਹੋਏ ਤਾਂ ਉਹ ਬਹੁਤ ਜ਼ਿਆਦਾ ਹਾਈਲਾਈਟ ਕਰਦੇ, ਤੇ ਇਸ ਕਰਕੇ ਵੀ ਉਹਨਾਂ ਦਾ ਲੱਗਦਾ ਵੀ ਇਹਨਾਂ 'ਚ ਬਹੁਤ ਜ਼ਿਆਦਾ ਹੈ। ਤੁਸੀਂ ਡਾਕਟਰ ਸਾਹਿਬ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਵੇਂ ਜਿਵੇਂ ਆਰਥਿਕ ਨਾ ਬਰਾਬਰੀ ਵਧੂਗੀ
ਤਾਂ ਹਿੰਸਾ ਦੀਆਂ ਘਟਨਾਵਾਂ ਪਰਿਵਾਰਕ ਪੱਧਰ ਤੇ ਵੀ ਤੇ ਸਮਾਜ ਦੀ ਪੱਧਰ ਤੇ ਵੀ ਵਧਣਗੀਆਂ। ਕੀ ਮਤਲਬ ਇਹ ਆਪਾਂ ਸਮਝੀਏ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਬਹੁਤ ਸਾਰੀ ਜਿਹੜੀ ਵੈਲਥ ਹੈ ਉਹਦੀ ਕੰਸੋਲੀਡੇਸ਼ਨ ਹੋ ਰਹੀ ਹੈ, ਕੁਝ ਕੁ ਘਰਾਣੇ ਹੈ ਜਿਹੜੇ ਉਹ ਲੋੜ ਤੋਂ ਜ਼ਿਆਦਾ ਅਮੀਰ ਬਣ ਰਹੇ ਹੈ, ਹਿੰਦੁਸਤਾਨ ਦੇ ਵਿੱਚ ਵੀ ਪਾੜਾ ਵੱਧ ਰਿਹਾ, ਪੰਜਾਬ ਦੇ ਵਿੱਚ ਵੀ ਪਾੜਾ ਵੱਧ ਰਿਹਾ ਹੈ। ਇਸ ਪਾੜੇ ਦੇ ਵਧਣ ਨਾਲ ਜਿਹੜੀ ਹਿੰਸਾ ਹੈ ਇਹ ਹੋਰ ਵੀ ਵੱਧ ਸਕਦੀ ਹੈ। ਹਾਂ ਡਾਕਟਰ ਸਾਹਿਬ, ਤੁਹਾਡਾ ਬੜਾ ਬਹੁਤ ਚੰਗਾ ਕੁਐਸਚਨ ਹੈ ਕਿ ਜਿਉਂ-ਜਿਉਂ ਇਨਇਕੁਐਲਿਟੀ ਵਧੂਗੀ, ਨਾ ਬਰਾਬਰੀ ਵਧੂਗੀ, ਤਿਉਂ-ਤਿਉਂ ਹਿੰਸਾ ਵਧੂਗੀ। ਕਿਉਂਕਿ ਹੁਣ ਜਿਵੇਂ ਵੀ ਤੁਸੀਂ ਦੇਖ ਲਓ ਵੀ ਆ ਜਿਹੜੀ ਹੁਣ ਜਦੋਂ ਅਗਨੀ ਪਥ ਆਪਣੀ ਸਕੀਮ ਆਈ ਸੀ ਜੀ, ਉਹ ਮੇਨਲੀ ਕੀ ਸੀਗਾ ਵੀ ਤੁਸੀਂ ਇੱਕ ਰੈਗੂਲਰ ਸਰਵਿਸ ਨੂੰ 4 ਸਾਲਾਂ 'ਚ ਘਟਾ ਕੇ ਕਰਤਾ ਸੀ। ਦੇਖ ਲਓ ਸਾਰੇ ਹਿੰਦੁਸਤਾਨ 'ਚ ਕਿਵੇਂ ਹਿੰਸਾ ਹੋਈ। ਤੇ ਹੁਣ ਤੁਸੀਂ ਇਸੇ ਤਰ੍ਹਾਂ ਜਿਵੇਂ ਆਪਾਂ ਪੰਜਾਬ ਦੀ ਸਿਚੁਏਸ਼ਨ ਤੇ ਆ ਜਾਈਏ, ਪੰਜਾਬ ਦੀ ਸਿਚੁਏਸ਼ਨ ਪਿਛਲੇ 5 ਸਾਲਾਂ ਤੋਂ ਸਾਡੇ ਜਿਹੜੇ ਟੀਚਰ ਨੇ, ਚਾਹੇ ਕੱਚੇ ਲੱਗੇ ਹੋਏ ਨੇ ਚਾਹੇ ਦੂਸਰੇ ਨੇ, ਉਹਨਾਂ ਦਾ ਕੋਈ ਨਾ ਕੋਈ ਉਹਨਾਂ ਦਾ ਮੁਜ਼ਾਹਰਾ ਧਰਨਾ ਲੱਗਿਆ ਹੀ ਰਹਿੰਦਾ। ਤੇ ਜਿਹੜੇ ਨੌਜਵਾਨ ਵੀ ਨੇ ਜਿਹੜੇ ਅਨਐਮਪਲਾਇਡ, TET ਤੇ ਹੋਰ ਕਈ ਕਿਸਮਾਂ ਨੇ ਜੀ, ਜਿਹੜੇ ਕਿ ਸਾਡੇ ਹੈਲਥ ਡਿਪਾਰਟਮੈਂਟ ਵੱਲੋਂ ਵੀ ਗਏ ਨੇ। ਤੇ ਕੱਲ ਹੀ ਮੈਂ ਟੀਵੀ ਤੇ ਦੇਖ ਰਿਹਾ ਸੀ ਕਿਵੇਂ ਉਹ ਜਿਹੜੇ ਪਾਵਰਕੌਮ ਦੇ ਹੈੱਡਕੁਆਟਰ ਦੇ ਸਾਹਮਣੇ ਧਰਨਾ ਕਰ ਰਹੇ ਸੀ, ਲਾਈਨਮੈਨਾਂ ਤੇ ਲਾਠੀਚਾਰਜ ਹੋ ਰਿਹਾ, ਲਾਈਨਮੈਨਾਂ ਤੇ ਲਾਠੀਚਾਰਜ ਹੋਇਆ। ਹੁਣ ਉਹਨਾਂ ਚੋਂ ਜਿਹੜੇ ਜੇ ਫਰਜ਼ ਕਰ ਲਓ 1000 ਲਾਈਨਮੈਨ ਸੀਗਾ ਉੱਥੇ, ਜੇ ਉਹਨਾਂ ਤੋਂ 2-4 ਬੰਦੇ ਵੀ ਉਹਨਾਂ ਦੇ ਮਨ ਚ ਆ ਜਾਏ ਵੀ ਸਾਡੇ ਸਰਕਾਰ ਸਾਡੇ ਨਾਲ ਇਹ ਵਤੀਰਾ ਕਰਦੀ ਹੈ ਤੇ ਅਸੀਂ ਵੀ ਇਹਨਾਂ ਤੋਂ ਬਦਲਾ ਲਵਾਂਗੇ, ਉਹ ਹਿੰਸਕ ਹੋ ਜਾਂਦੇ। ਹਾਂ, ਉਹ ਤੁਸੀਂ ਨਾ ਉਹ ਇਹਨਾਂ ਨੂੰ ਨਾ ਇੱਕ ਜਿਹੜਾ ਨਾ ਉਹ ਇਨਸਟੀਗੇਟ ਕਰ ਰਹੇ ਹੋ ਬੰਦਿਆਂ ਨੂੰ ਵੀ ਉਧਰ ਜਾਣ ਵਾ, ਤੇ ਬਜਾਏ ਇਹਦੇ ਕਿ ਵੀ ਜਿਹੜੀ ਸਰਕਾਰ ਹੈ, ਜਿਹੜਾ ਸਮਾਜ ਹੈ, ਉਹ ਸੰਵੇਦਨਸ਼ੀਲ ਹੋਵੇ ਨੌਜਵਾਨਾਂ ਪ੍ਰਤੀ, ਉਹਨਾਂ ਦੀਆਂ ਲੋੜਾਂ ਪ੍ਰਤੀ, ਤਾਂ ਕਿ ਉਹਨਾਂ ਨੂੰ ਨਾ ਤਾਂ ਮੁਜ਼ਾਹਰੇ ਕਰਨੇ ਪੈਣ ਤੇ ਨਾ ਧਰਨਿਆਂ ਤੇ ਬੈਠਣਾ ਪਏ ਤੇ ਨਾ ਹੀ ਉਹਨਾਂ ਤੇ ਲਾਠੀਆਂ ਪੈਣ ਤੇ ਉਹ ਫਿਰ ਆਪਣੇ ਗੈਂਗਸਟਰ ਬਣਨ ਜਾਂ ਕ੍ਰਾਈਮ ਦੀ ਦੁਨੀਆ 'ਚ ਜਾਣ। ਡਾਕਟਰ ਸਾਹਿਬ, ਆਮ ਮੰਨਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਹਰ ਮਨੁੱਖ ਦੇ ਵਿੱਚ ਥੋੜਾ ਅਗਰੈਸ਼ਨ ਪਿਆ ਹੁੰਦਾ ਹੈ। ਬਹੁਤ ਵਾਰੀ ਉਸ ਅਗਰੈਸ਼ਨ ਨੂੰ ਬਾਹਰ ਕੱਢਣ ਵਾਸਤੇ ਕਲਾ ਦਾ ਸਹਾਰਾ ਲੈ ਲੈਂਦੇ ਆ, ਸਪੋਰਟਸ ਦਾ ਸਹਾਰਾ ਲੈ ਲੈਂਦੇ ਆ, ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਬੰਦਾ ਇਨਵੋਲਵ ਹੋ ਕੇ ਸੈਟੀਸਫਾਈ ਮਹਿਸੂਸ ਕਰਦਾ ਹੈ। ਕਿਤੇ ਇਹ ਵੀ ਕਾਰਨ ਤਾਂ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਜਿੱਥੇ ਆਪਾਂ ਇਹ ਕਹੀਏ ਕਿ ਇਸ ਕਿਸਮ ਦੀ ਹਿੰਸਾ ਵੱਧ ਰਹੀ ਹੈ, ਉੱਥੇ ਇਸ ਕਿਸਮ ਦੀਆਂ ਅਪਰਚੁਨਿਟੀਜ਼ ਜੇ ਥੋੜ੍ਹੀਆਂ ਜਿਹੀਆਂ ਵੱਧ ਜਾਣ, ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਇੰਡੀਵਿਜੂਅਲ ਹੈ ਉਹ ਕਿਸੇ ਹੋਰ ਪਾਸੇ ਲੱਗ ਜਾਣ, ਉਹਨਾਂ ਦਾ ਧਿਆਨ ਇੱਧਰੋਂ ਹਟ ਜੇ। ਕੁਦਰਤੀ ਹੈ, ਜਿਵੇਂ ਤੁਸੀਂ ਪਹਿਲਾਂ ਕਿਹਾ, ਇੰਪਲਾਇਮੈਂਟ ਜਾਂ ਆਰਥਿਕਤਾ ਸਭ ਤੋਂ ਮਹੱਤਵਪੂਰਨ ਮੁੱਦਾ ਹੈ, ਪਰ ਜੇ ਉਹ ਕਲਚਰਲੀ, ਫਿਜ਼ੀਕਲੀ, ਸਪੋਰਟਸ ਵਗੈਰਾ ਵਾਲੇ ਪਾਸੇ ਲੱਗਣ ਤਾਂ ਇਹਦਾ ਕੋਈ ਅਸਰ ਪੈ ਸਕਦਾ ਉਸਾਰੂ ਰੂਪ ਦੇ ਵਿੱਚ? ਉਹ ਡਾਕਟਰ ਸਾਹਿਬ ਪੈ ਤਾਂ ਸਕਦਾ, ਪਰ ਜਿਹੜਾ ਨਾ ਆਰਥਿਕਤਾ ਹੈ ਨਾ ਜੀ, ਬੇਸਿਕ ਹੈ। ਜੇ ਬੰਦੇ ਕੋਲ ਖਾਣ ਕਮਾਉਣ ਨੂੰ ਕੁਝ ਹੈ ਹੀ ਨਹੀਂ ਜੀ ਜੀ, ਤੇ ਉਹ ਆਰਟਸ ਕੀ ਕਰੂਗਾ? ਜੀ ਜੀ, ਆਰਟਸ ਦੀ ਜਿਹੜੀ ਉਹ ਹੈ ਨਾ, ਜਿਹੜੀ ਸੈਂਸਿਬਿਲਿਟੀ ਹੈ, ਜਿਹੜੀ ਕ੍ਰੀਏਟੀਵਿਟੀ ਹੈ, ਉਦੋਂ ਆਉਂਦੀ ਹੈ ਜਦੋਂ ਬੰਦੇ ਦੀ ਜੇਬ 'ਚ ਪੈਸੇ ਹੁੰਦੇ, ਜਦੋਂ ਉਹਦੀਆਂ ਬੇਸਿਕ ਨੀਡਸ ਪੂਰੀਆਂ ਹੋਈਆਂ ਹੁੰਦੀਆਂ ਨੇ, ਫਿਰ ਉਹਨੂੰ ਲੱਗਦਾ। ਜਿਵੇਂ ਮੈਂ ਤੁਹਾਨੂੰ ਇੱਕ ਸ਼ੇਅਰ ਸੁਣਾਨਾ, ਕਿਸੇ ਉਰਦੂ ਪੋਇਟ ਨੇ ਲਿਖਿਆ, ਕੋਈ ਬੰਦਾ ਕਿਸੇ ਨੇ ਤਰੇਲ ਦਾ ਤੁਪਕਾ ਦੇਖ ਰਿਹਾ ਸੀਗਾ, ਉਹ ਕਹਿੰਦਾ ਜੀ ਇਹ ਤਾਂ ਨਗਮਾ है, ये फलाना है फलाना। तो कवि कहता जब जेब में पैसे होते हैं, जब पेट में रोटी होती है, उस वक्त ये जर्रा हीरा है, उस वक्त ये शबनम होती है। बहुत अच्छी बेसिकली ਤਾਂ ਇਹ ਹੈ ਕਿ ਵੀ ਤੁਹਾਡੀਆਂ ਪਹਿਲਾਂ ਜਿਹੜੀਆਂ ਬੇਸਿਕ ਲੋੜਾਂ ਨੇ, ਹੈ ਜੀ, ਲੋੜਾਂ ਆਪਾਂ ਤਿੰਨ ਤਾਂ ਲੋੜਾਂ ਮੰਨਦੇ ਆ, ਗੁੱਲੀ ਗੁੱਲੀ, ਬਿਲਕੁਲ ਬਿਲਕੁਲ ਬਿਲਕੁਲ, ਗੁੱਲੀ ਗੁੱਲੀ ਜੁੱਲੀ, ਹਾਂਜੀ ਹਾਂਜੀ। ਤੇ ਉਹ ਜੇ 3 ਚੀਜ਼ਾਂ ਪਹਿਲਾਂ ਨਹੀਂ ਪੂਰੀਆਂ ਹੋਈਆਂ ਤੇ ਉਹ ਫਿਰ ਕਿਹੜੀ ਸਪੋਰਟਸ ਕਰੂਗਾ, ਕਿਹੜੀ ਆਰਟ ਕਰੂਗਾ? ਬਾਕੀ ਆ ਪਿੱਛੇ ਜੇ ਜਦੋਂ ਆਪਣੇ ਲੜਕੀਆਂ ਮੈਡਲ ਲੈ ਕੇ ਆਈਆਂ ਸੀਗੀਆਂ ਤੇ ਉਹਨਾਂ ਚੋਂ ਇੱਕ ਲੜਕੀ ਸੀ ਹਰਿਆਣੇ ਦੀ, ਉਹਨੇ ਦੱਸਿਆ ਸੀ ਮੈਂ ਆਪਣੀ ਗਰੀਬੀ ਚੋਂ ਕਿਵੇਂ ਹਾਕੀ ਸ਼ੁਰੂ ਕੀਤੀ ਸੀ ਤੇ ਉਹਨੂੰ ਜਦੋਂ ਕਿਤੋਂ ਮਦਦ ਮਿਲੀ ਤਾਂ ਕੀਤੀ। ਬਾਕੀ ਜੇ ਬੰਦੇ ਕੋਲ ਠੀਕ ਤਰ੍ਹਾਂ ਦੇ ਸੋਰਸਿਸ ਹੋਣ, ਸਾਧਨ ਹੋਣ, ਤਾਂ ਉਹ ਹੋਰ ਵੀ ਚੰਗਾ ਕਰ ਸਕਦਾ ਤੇ ਹੋਰ ਵੀ ਜਲਦੀ ਕਰ ਸਕਦਾ। ਸੋ ਬੇਸਿਕਲੀ ਤਾਂ ਜਿਹੜਾ ਇੱਕ ਸੁਸਾਇਟੀ ਦਾ, ਇੱਕ ਸਰਕਾਰ ਦਾ ਇਹ ਜ਼ਿੰਮੇਵਾਰੀ ਹੈ ਕਿ ਜੇ ਉਹ ਆਪਣੀ ਯੂਥ ਨੂੰ ਹੈ ਨਾ, ਉਹ ਚੰਗੀ ਤਰ੍ਹਾਂ ਇੱਕ ਮੀਨਿੰਗਫੁਲ ਐਕਟੀਵਿਟੀ 'ਚ ਅੰਗੇਜ ਕਰ ਸਕੇ ਤਾਂ ਕਿ ਉਹ ਆਪਣੀਆਂ ਸਰੀਰਕ ਤੇ ਦੂਸਰੀਆਂ ਲੋੜਾਂ ਪੂਰੀਆਂ ਕਰ ਸਕੇ, ਆਪਣੇ ਪਰਿਵਾਰ ਨੂੰ ਪਾਲ ਸਕੇ। ਡਾਕਟਰ ਸਾਹਿਬ, ਲਾਸਟ ਤੇ ਇੱਕ ਸਵਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਸਾਡੇ ਬਹੁਤ ਵਾਰੀ ਸੁਸਾਇਟੀ 'ਚ ਇਹ ਹੋ ਰਿਹਾ, ਜੇ ਆਪਾਂ ਫੈਮਿਲੀ ਦੀ ਗੱਲ ਛੱਡ ਵੀ ਦਈਏ, ਕਿ ਸਾਡੇ ਸੁਸਾਇਟੀ ਨੂੰ ਲੀਡ ਕਰਨ ਵਾਲੇ, ਜਿਨ੍ਹਾਂ ਨੂੰ ਅਸੀਂ ਰਾਜਨੇਤਾ ਹੀ ਕਹਿ ਸਕਦੇ ਹਾਂ, ਉਹ ਬਹੁਤ ਵੱਡੇ ਵੱਡੇ ਵਾਅਦੇ ਕਰ ਦਿੰਦੇ ਆ। ਜਿਵੇਂ ਅੱਜ ਦੀ ਉਹ ਇਹ ਘਟਨਾ, ਜੇ ਮੈਂ ਉਹਦਾ ਰੈਫਰੈਂਸ ਦੇ ਕੇ ਗੱਲ ਕਰਾਂ,
ਸਾਡੇ ਨੌਜਵਾਨ ਹੈ ਜਿਹੜੇ ਉਹ 올림픽 ਵਾਸਤੇ ਕੁਆਲੀਫਾਈ ਕਰਕੇ ਆਏ। ਪਹਿਲੀਆਂ ਸਰਕਾਰਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਵੱਡੀਆਂ ਨੌਕਰੀਆਂ ਦੇਵਾਂਗੇ, ਉਹਨਾਂ ਨਾਲ ਬਹੁਤ ਸਾਰਾ ਧਨ ਦੇਣ ਦੀ ਜਾਂ ਕੋਠੀਆਂ ਦੇਣ ਦੀ ਉਹਨਾਂ ਨਾਲ ਵਾਅਦੇ ਕਰ ਲੈਂਦੇ ਆ, ਪਰ ਅਖੀਰ 'ਚ ਹੁੰਦਾ ਕੀ ਹੈ ਕਿ ਉਹਨਾਂ ਨੂੰ ਕਿਸੇ ਸਿਰੇ ਨਹੀਂ ਲਾਉਂਦੇ। ਇਸੇ ਤਰੀਕੇ ਨਾਲ ਲੋਕਾਂ ਨੂੰ ਕਿਹਾ ਜਾਂਦਾ ਤੁਹਾਨੂੰ ਅਸੀਂ ਪੈਨਸ਼ਨ ਦੇਵਾਂਗੇ, ਤੁਹਾਨੂੰ ਅਸੀਂ ਬੁਢਾਪਾ ਪੈਨਸ਼ਨ ਦੇਵਾਂਗੇ, ਜ਼ਿਮੀਂਦਾਰਾਂ ਨੂੰ ਕਿਹਾ ਜਾਂਦਾ ਤੁਹਾਨੂੰ ਇਹ ਦੇਵਾਂਗੇ। ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਵਿੱਚੋਂ ਕੁਛ ਨਾ ਕੁਛ ਵਿਅਕਤੀ ਹੈ ਜਿਹੜੇ ਉਹ ਇਹ ਸੋਚਦੇ ਕਿ ਸਾਡੇ ਨਾਲ ਸ਼ਾਇਦ ਧੋਖਾ ਹੋ ਰਿਹਾ ਹੈ, ਉਹ ਹਿੰਸਾ ਦੇ ਰਾਹ ਤੇ ਤੁਰ ਪੈਂਦੇ ਆ। ਕੀ ਸਾਨੂੰ ਲੱਗਦਾ ਕਿ ਜਿੰਨਾ ਚਿਰ ਤੱਕ ਸਾਡੀ ਸੁਸਾਇਟੀ ਇਨ ਜਨਰਲ ਜਿਹੜੀ ਗੱਲ ਕਹਿੰਦੀ ਹੈ ਆਪਣੇ ਮਤਲਬ ਸ਼ਬਦਾਂ ਤੇ ਪੂਰੀ ਉਤਰਨ ਦੀ ਕੋਸ਼ਿਸ਼ ਨਹੀਂ ਕਰਦੀ, ਇਹ ਵੀ ਕਿਤੇ ਨਾ ਕਿਤੇ ਹਿੰਸਾ ਨੂੰ बढ़ावा देने वाली गल्लां। हाँ जी, मैं जिवें पहलां दस्सिया सी कि जिहड़ा इस प्रति जिहड़ा सरकार है, जिहड़ी सोसाइटी है, उहनूं संवेदनशील होना पऊगा ते पूरे जिहड़े वादियां नाल पेट नहीं भरदे हुंदे। जदों तुसीं एक्शन च आओगे, उहनां नूं दवोगे सारा कुछ, जिवें अपने प्रेजेंट जिहड़ी गवर्नमेंट है ते ਉਹਨੇ भी बथेरे वादे कीते सी ते हरेक ਨੂੰ ਜਾ ਕੇ ਜਦੋਂ ਆਪਣਾ ਇਲੈਕਸ਼ਨ ਮੋਡ ਸੀ ਤੇ ਹਰੇਕ ਨੂੰ ਇਹ ਨੌਕਰੀਆਂ ਦੀਆਂ ਚਿੱਠੀਆਂ ਦੇ ਜਾਂਦੇ ਸੀ ਵੀ ਸਾਨੂੰ ਬਣਨ ਦਿਓ, ਅਸੀਂ ਕਰ ਦਾਂਗੇ। ਤੇ ਹੁਣ ਤੁਸੀਂ ਦੇਖ ਲਓ, ਫਿਰ ਉਹਨਾਂ ਬੱਚਿਆਂ ਨੇ ਤਾਂ ਫਰਸਟ੍ਰੇਟ ਹੋਣਾ ਹੀ ਹੋਣਾ ਜੀ। ਜਦੋਂ ਫਰਸਟ੍ਰੇਟ ਹੋਣਗੇ, ਹੋਰ ਉਹਨਾਂ ਕੋਲ ਕੋਈ ਰਸਤਾ ਨਹੀਂ, ਜਾਂ ਪਹਿਲਾਂ ਤਾਂ ਉਹ ਜਾਣਗੇ ਕਿਸੇ ਨਸ਼ੇ ਵੱਲ ਜਾਣਗੇ, ਨਸ਼ੇ ਤੋਂ ਬਾਅਦ ਉਹ ਕਹਿਣਗੇ ਵੀ ਫਿਰ ਉਹ ਦੂਜੇ ਬੰਦੇ ਕਹਿਣਗੇ, ਫਿਰ ਉਹ ਹਿੰਸਾ ਵੱਲ ਵੀ ਜਾਣਗੇ ਤੇ ਕ੍ਰਾਈਮ ਆਪੇ ਵਧਣਾ। ਜਦੋਂ ਨਸ਼ੇ ਖਾਣ ਨੂੰ ਤੁਹਾਡੇ ਕੋਲ ਪੈਸੇ, ਨਸ਼ਾ ਖਾਣ ਵਾਸਤੇ ਵੀ ਪੈਸੇ ਨਹੀਂ, ਫਿਰ ਪਹਿਲਾਂ ਛੋਟੀਆਂ ਛੋਟੀਆਂ ਚੋਰੀਆਂ ਚਕਾਰੀਆਂ 'ਚ ਸਨੈਚਿੰਗ ਪੈਣਗੇ, ਫਿਰ ਕਿਸੇ ਵੱਡਾ, ਜੇ ਕੋਈ ਹੋਰ ਬੰਦਾ ਉਹਨੂੰ ਕਿਸੇ ਵੱਡੇ ਕੰਮ ਵਾਸਤੇ ਸਾਂਭ। ਦੋਸਤੋ, ਜਿਵੇਂ ਤੁਸੀਂ ਪ੍ਰੋਫੈਸਰ ਰਣਵਿੰਦਰ ਸਿੰਘ ਸੰਧੂ ਹੁਣਾਂ ਨੂੰ ਸੁਣਿਆ ਕਿ ਕਿਸ ਤਰੀਕੇ ਨਾਲ ਇੱਕ ਫੈਮਿਲੀ ਤੋਂ ਸ਼ੁਰੂ ਹੋ ਕੇ ਜਿਹੜੀ ਹਿੰਸਾ ਹੈ ਉਹ ਸਮਾਜ ਤੱਕ ਪਹੁੰਚ ਜਾਂਦੀ ਹੈ। ਇੱਕ ਵਧੀਆ ਇਨਸਾਨ ਜਿਹੜਾ ਬਣਨਾ ਹੁੰਦਾ, ਜੇ ਉਸ ਨੂੰ ਸ਼ੁਰੂ ਦੇ ਵਿੱਚ ਕੰਡੀਸ਼ਨਸ ਹੈ ਜਿਹੜੀਆਂ ਉਹਦੇ ਪਰਿਵਾਰ ਦੀਆਂ, ਸਮਾਜ ਦੀਆਂ ਚੰਗੀਆਂ ਨਾ ਮਿਲਣ ਤਾਂ ਉਹਦੀਆਂ ਪ੍ਰਵਿਰਤੀਆਂ ਹਿੰਸਕ ਹੋ ਜਾਂਦੀਆਂ। ਇਹਦੇ ਬਹੁਤ ਸਾਰੇ ਕਾਰਨ ਹੈ, ਪਰ ਫਿਰ ਵੀ ਇਹ ਹੈ ਕਿ ਸਾਰੇ ਸਮਾਜਾਂ ਨੂੰ ਇੱਕੋ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਪੰਜਾਬ ਦੇ ਵਿੱਚ ਸਿੱਖ ਸਮਾਜ ਦਾ ਪ੍ਰਭਾਵ ਕਹਿ ਲਓ, ਜਾਂ ਪੰਜਾਬ ਦੀ ਆਰਥਿਕਤਾ ਠੀਕ ਠਾਕ ਕਹਿ ਲਓ, ਜਾਂ ਡਿਸਪੈਰਿਟੀ ਜਾਤੀ ਵਗੈਰਾ ਦਾ ਇੱਥੇ ਉਸ ਕਿਸਮ ਦੀ ਕੱਟੜਤਾ ਨਹੀਂ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਪੰਜਾਬ ਹੈ ਜਿਹੜਾ ਉਹ 11% ਤੇ ਆ ਜਾਂਦਾ ਹੈ ਹਿੰਸਾ ਦੇ ਤੌਰ ਤੇ, ਦਿੱਲੀ 22% ਤੇ ਜਿਹੜੇ ਅੱਗੇ ਸਾਡੇ ਕੋਲੇ ਸੈਂਟਰਲ ਸਟੇਟਸ ਹੈ ਉਹ 33% ਤੱਕ ਹਿੰਸਾ ਉੱਥੇ ਚਲੀ ਜਾਂਦੀ ਹੈ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਅਸੀਂ ਇਹੀ ਮਤਲਬ ਨਤੀਜਾ ਕੱਢ ਸਕਦੇ ਹਾਂ ਕਿ ਜਿਹੜੀ ਹਿੰਸਾ ਹੈ ਇਹ ਪਰਿਵਾਰ ਤੋਂ ਸਮਾਜ ਤੱਕ ਨੂੰ ਫੈਲਦੀ ਹੈ। ਜੇ ਅਸੀਂ ਉਹਨਾਂ ਕੰਡੀਸ਼ਨਸ ਨੂੰ ਜਿਹੜੀਆਂ ਹਿੰਸਾ ਦਾ ਕਾਰਨ ਬਣਦੀਆਂ ਉਹਨਾਂ ਨੂੰ ਲੱਭਣ ਦੀ, ਜਾਣਨ ਦੀ, ਸਮਝਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਹਰ ਚੀਜ਼ ਦੇ ਪਿੱਛੇ ਤਹਿ ਦੇ ਵਿੱਚ ਪਈ ਹੋਈ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੋਈ ਵਿਅਕਤੀ ਅੱਤਵਾਦੀ, ਵੱਖਵਾਦੀ, ਹਿੰਸਕ, ਪ੍ਰਦਰਸ਼ਨਕਾਰੀ, ਗੈਂਗਸਟਰ ਕਿਉਂ ਬਣਦਾ ਹੈ ਤਾਂ ਉਸ ਦੇ ਕਿਤੇ ਨਾ ਕਿਤੇ ਬੀਜ, ਜਿਵੇਂ ਪ੍ਰੋਫੈਸਰ ਰਣਵਿੰਦਰ ਸਿੰਘ ਸੰਧੂ ਹੋਣਾ ਨੇ ਦੱਸਿਆ, ਉਹਦੇ ਪਰਿਵਾਰ ਦੇ ਵਿੱਚ ਪਏ ਹੁੰਦੇ ਆ। ਇਸ ਕਰਕੇ ਜਿਹੜਾ ਸਮਾਜ ਦਾ ਸਿਖਾਵਾਂ ਮਾਹੌਲ ਹੈ, ਘਰ ਦਾ ਸਿਖਾਵਾਂ ਮਾਹੌਲ ਹੈ, ਉਹ ਬੰਦੇ ਨੂੰ ਸਹੀ ਦਿਸ਼ਾ, ਸਹੀ ਦ੍ਰਿਸ਼ਟੀ ਤੋਂ ਅੱਗੇ ਵਧਣ ਵੱਲ ਲਗਾ ਸਕਦਾ ਹੈ। ਮੈਂ ਪ੍ਰੋਫੈਸਰ ਰਣਵਿੰਦਰ ਸਿੰਘ ਸੰਧੂ ਹੋਣਾ ਦਾ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਹਾਂ, ਉਹਨਾਂ ਨੇ ਸਮਾਂ ਕੱਢਿਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਮੁੱਦੇ ਨਾਲ ਸੰਬੰਧਿਤ ਜਿਹੜੇ ਬਾਕੀ ਪੱਖ ਹੈ, ਬੱਚੇ ਹਿੰਸਾ ਦੇ ਵਿੱਚ ਕਿਵੇਂ ਸ਼ਾਮਲ ਕਰ ਲਏ ਜਾਂਦੇ ਹੈ, ਬਜ਼ੁਰਗਾਂ ਤੇ ਕਿਵੇਂ ਹਿੰਸਾ ਹੁੰਦੀ ਹੈ, ਸਮਾਜ ਦੇ ਹਿੰਸਕ ਵਰਤਾਰਿਆਂ ਨੂੰ ਕਿਸ ਦ੍ਰਿਸ਼ਟੀ ਤੋਂ ਵਿਦਵਾਨਾਂ ਨੇ ਦੇਖਿਆ, ਇਹੋ ਜਿਹੇ ਬਹੁਤ ਸਾਰੇ ਪੱਖਾਂ ਬਾਰੇ ਭਵਿੱਖ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਹੈਰੀਟੇਜ ਚੈਨਲ ਦੇ ਵਿੱਚ ਲਗਾਤਾਰ ਇਸ ਕਿਸਮ ਦੀ ਜਾਣਕਾਰੀ ਲੈਣ ਲਈ ਇਸ ਚੈਨਲ ਦੇ ਉੱਪਰ ਬੈਲ ਦਾ ਬਟਨ ਦਬਾ ਕੇ ਇਹਨੂੰ ਸਬਸਕ੍ਰਾਈਬ ਕਰੋ। ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਤਾਂ ਕਿ ਤੁਹਾਡੀਆਂ ਜਿਹੜੀਆਂ ਰਾਵਾਂ ਆਉਂਦੀਆਂ ਉਸ ਦੇ ਹਿਸਾਬ ਨਾਲ ਜਿਹੜੇ ਵੱਖ-ਵੱਖ ਸਮਾਜ ਲਈ ਮਹੱਤਵਪੂਰਨ ਵਿਸ਼ੇ ਹੈ ਉਹਨਾਂ ਤੇ ਹੋਰ ਵੀ ਗੱਲ ਕਰਦੇ ਰਹਿ ਸਕੀਏ। ਸੰਧੂ ਸਾਹਿਬ, ਤੁਹਾਡਾ ਧੰਨਵਾਦ। ਮੇਰੇ ਵੱਲੋਂ ਵੀ ਤੁਹਾਡਾ ਤੇ ਆਪਣੇ ਪੰਜਾਬ ਹੈਰੀਟੇਜ ਚੈਨਲ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਡਾਕਟਰ ਸਾਹਿਬ।